ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਅੱਜ ਸ਼ਹਾਦਤ ਵਾਲਾ ਦਿਵਸ ਹੈ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਕੱਲ ਵੀ ਔਰ ਪਰਸੋਂ ਵੀ ਉਹਨਾਂ ਦੇ ਸੰਬੰਧ ਵਿੱਚ ਮੈਂ ਇੱਕ ਬੇਨਤੀ ਕੀਤੀ ਸੀ। ਉਂਝ ਤਾਂ ਭੱਟ ਸਾਹਿਬਾਨਾਂ ਦੇ ਅੰਮ੍ਰਿਤ ਬਚਨ ਨਿਰੰਤਰ ਆਪ ਜੀ ਕੀਰਤਨ ਵੀ ਸਰਵਣ ਕਰਦੇ ਪਏ ਹੋ। ਕੱਲ ਆਪ ਜੀ ਦੇ ਸਨਮੁਖ ਗੁਰੂ ਅਰਜੁਨ ਦੇਵ ਜੀ ਦੀ ਜਿਹੜੀ ਰਹਿਮਤ ਹੈ ਸਾਡੇ ਉੱਤੇ, ਮੈਂ ਪਰਸੋਂ ਕਿਹਾ ਸੀ, ਚਲੋ ਸ਼ਬਦ ਵਰਤੇ ਸਨ ਆਪਣੇ ਕੋਲੋਂ ਕਿ ਗੁਰੂ ਅਰਜੁਨ ਦੇਵ ਮਹਾਰਾਜ ਗੁਰਬਾਣੀ ਦੇ ਪੁੰਜ ਨੇ। ਗੁਰੂ ਅਰਜੁਨ ਦੇਵ ਮਹਾਰਾਜ ਕੁਰਬਾਨੀ ਦੇ ਪੁੰਜ ਨੇ ਤੇ ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਮਿਹਰਬਾਨੀ ਦੇ ਵੀ ਪੁੰਜ ਨੇ। ਗੁਰਬਾਣੀ ਦੇ ਪੁੰਜ ਨੇ, ਕੁਰਬਾਨੀ ਦੇ ਪੁੰਜ ਨੇ, ਮਿਹਰਬਾਨੀ ਦੇ ਪੁੰਜ ਨੇ। ਸਤਿਗੁਰੂ ਗੁਰੂ ਅਰਜੁਨ ਦੇ ਬਾਣੀ ਕੇ ਬੋਇਥ ਨੇ। ਤੇ ਕੱਲ ਅਸੀਂ ਇਹ ਸਵਈਆ ਪੜ੍ਹ ਰਹੇ ਸਾਂ ਕਿ ਸਿਮਰਨ ਸੋਈ ਪੁਰਖ ਅਚਲ ਅਬਨਾਸੀ, ਜਿਸ ਸਿਮਰਤ ਦੁਰਮਤ ਮਲ ਨਾਸੀ, ਸਤਿਗੁਰ ਚਰਨ ਕਵਰ ਰੇ ਧਾਰਨ, ਗੁਰ ਅਰਜੁਨ ਗੁਣ ਸਹਿਜ ਵਿਚਾਰੰ, ਗੁਰੂ ਰਾਮਦਾਸ ਕਰ ਕੀਓ ਪ੍ਰਗਾਸਾ, ਸਕਲ ਮਨੋਰਥ ਪੂਰਨ ਆਸਾ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੋ ਜਸ ਵਖਾਣਿਓ। ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੇ ਸਪੁੱਤਰ ਗੁਰੂ ਅਰਜੁਨ ਦੇਵ ਮਹਾਰਾਜ, ਹਜ਼ੂਰ ਦਾ ਆਗਮਨ ਹੁੰਦਾ ਹੈ। ਕੱਲ ਹੀ ਬੇਨਤੀ ਕੀਤੀ, ਉਹ ਜਨਮ ਤੋਂ ਬ੍ਰਹਮ ਗਿਆਨੀ ਨੇ, ਪਰ ਉਹਨਾਂ ਦੇ ਬਚਪਨ ਤੋਂ ਹੀ ਪਰਿਵਾਰ ਦੇ ਅੰਦਰ, ਘਰ ਦੇ ਅੰਦਰ ਸੱਕੇ ਵੱਡੇ ਭਰਾ ਵੱਲੋਂ ਈਰਖਾ ਕੀਤੀ ਜਾਂਦੀ ਹੈ। ਉਹ ਦਵੈਸ਼ ਰੱਖਦੇ ਆ। ਮੈਂ ਸਿਰਫ ਇਹ ਬੇਨਤੀ ਜ਼ਰੂਰ ਕਰਨੀ ਚਾਹੁੰਦਾ, ਅੱਜ ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜੁਨ ਦੇਵ ਉਹਨਾਂ ਦੇ ਆਗਿਆਕਾਰੀ ਪੁੱਤਰ ਨੇ। ਇਸੇ ਕਰਕੇ ਭੱਟ ਸਾਹਿਬਾਨ ਜੀ ਨੇ ਜਿਹੜੇ ਇਹ ਸ਼ਬਦ ਕਹੇ ਕਿ ਗੁਰੂ ਅਰਜੁਨ ਦੇਵ ਗੁਰੂ ਰਾਮਦਾਸ ਜੀ ਦੇ ਘਰ ਅੰਦਰ ਭਗਤ ਬਣ ਕੇ ਆਏ ਨੇ। ਗੁਰ ਅਰਜੁਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ, ਇਹ ਸ਼ਬਦ ਵਰਤਿਆ। ਉਹ ਬ੍ਰਹਮ ਦੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੇ ਇਹ ਵੀ ਸ਼ਬਦ ਕਿਹਾ ਕਿ ਧੰਨ ਗੁਰੂ ਰਾਮਦਾਸ ਦੇ ਘਰ ਅੰਦਰ ਗੁਰੂ ਅਰਜੁਨ ਦੇਵ ਪਰਮਾਤਮਾ ਦਾ ਭਗਤ, ਉਹਦਾ ਅਵਤਾਰ ਹੋਇਆ ਹੈ। ਬ੍ਰਹਮ ਗਿਆਨੀ ਨੇ, ਭਗਤ ਨੇ। ਪਰ ਜੇ ਸੰਸਾਰੀ ਤੌਰ ਤੇ ਦੇਖੋ, ਗੁਰੂ ਅਰਜੁਨ ਦੇਵ ਮਹਾਰਾਜ ਉਹ ਕਿੰਨੇ ਆਗਿਆਕਾਰੀ ਬੇਟੇ ਨੇ ਆਪਣੇ ਮਾਪਿਆਂ ਦੇ। ਮੈਂ ਸੰਸਾਰੀ ਸ਼ਬਦ ਵਰਤ ਰਿਹਾ ਵਾਂ ਜੀ, ਇਸੇ ਕਰਕੇ ਭਾਈ ਸਾਹਿਬ ਨੇ ਇਹ ਸ਼ਬਦ ਹੀ ਵਰਤਿਆ ਨਾ, ਫਿਰ ਆਈ ਘਰ ਅਰਜਨੇ ਪੁੱਤ ਸੰਸਾਰੀ ਗੁਰੂ ਕਹਾਵੇ। ਧੰਨ ਗੁਰੂ ਅਰਜੁਨ ਦੇ ਪਿਤਾ ਜੀ ਨੂੰ ਸਮਰੱਥ ਸਤਿਗੁਰੂ ਜਾਣ ਕੇ ਉਹਨਾਂ ਦੇ ਹੁਕਮ ਨੂੰ ਮੰਨਦੇ ਆ। ਤੇ ਸਾਡੇ ਸਾਹਮਣੇ ਇਤਿਹਾਸ ਦੀ ਉਹ ਘਟਨਾ ਹੈ ਕਿ ਜਦੋਂ ਲਾਹੌਰ ਤੋਂ ਸੋਢੀਆਂ ਦੇ ਪਰਿਵਾਰ ਦਾ ਜ਼ਿਕਰ ਚੱਲਦਾ ਹੈ, ਜਾਂ ਤਾਏ ਦਾ ਪੁੱਤ ਆਉਂਦਾ ਗੁਰੂ ਰਾਮਦਾਸ ਜੀ ਦਾ, ਤੇ ਬਾਬਾ ਪਿਰਥੀ ਚੰਦ ਆਪ ਤਾਂ ਮਹਾਰਾਜ ਲਾਹੌਰ ਨਹੀਂ ਜਾਂਦੇ, ਪਰ ਆਪਣੇ ਪੁੱਤਰ ਬਾਬਾ ਪਿਰਥੀ ਚੰਦ ਦੀ ਸ਼ਬਦ ਵਰਤਾਂ, ਅਦਬ ਸਹਿਤ ਹੀ ਵਰਤਾਂਗਾ, ਕਿ ਉਹਨਾਂ ਨੂੰ ਕਹਿੰਦੇ ਨੇ, ਬੇਟਾ ਜੀ ਕਿ ਤੁਸੀਂ ਲਾਹੌਰ ਚਲੇ ਜਾਓ ਤੇ ਉੱਥੇ ਜਾ ਕੇ ਸੰਸਾਰੀ ਤੌਰ ਤੇ ਇਸ ਵਿਆਹ ਦੇ ਵਿੱਚ, ਸ਼ਾਦੀ ਵਿੱਚ ਸ਼ਮੂਲੀਅਤ ਕਰੋ। ਉਹ ਪਤਾ ਕੀ ਸ਼ਬਦ ਕਹਿੰਦੇ ਆ ਕਿ ਮਹਾਰਾਜ ਇਸ ਰਜੇ ਵਿੱਚ ਮੈਂ ਕਿੱਥੇ ਜਾ ਸਕਣਾ। ਉਸਾਰੀ ਚੱਲ ਰਹੀ ਹੈ, ਕਾਰ ਸੇਵਾ ਚੱਲ ਰਹੀ ਹੈ, ਲੰਗਰ ਦਾ ਕੰਮ ਚੱਲ ਰਿਹਾ ਹੈ। ਤੇ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ, ਪਿਤਾ ਜੀ ਜੇ ਮੈਂ ਚਲਾ ਗਿਆ ਤੇ ਪਿੱਛੋਂ ਸਾਰੇ ਕੰਮ ਕਿੱਥੋਂ ਚੱਲਣਗੇ, ਲੈਣ ਦੇਣ ਸਾਰਾ ਮੈਂ ਕਰਨਾ ਪਿਆ। ਯਾਦ ਰੱਖਿਓ, ਗੱਲ ਸਿਰਫ ਇੰਨੀ ਕੁਵੇ ਕਿ ਮੈਂ ਇੱਥੋਂ ਖੱਬੇ ਸੱਜੇ ਨਹੀਂ ਹੋਣਾ, ਕਿਉਂਕਿ ਗੁਰਗੱਦੀ ਦਾ ਅਗਲਾ ਦਾਅਵੇਦਾਰ ਮੈਂ ਬਣਨਾ ਹੈ। ਇਹ ਬਿਰਤੀ ਸੇਵਾ ਕਰਨ ਦੀ ਨਹੀਂ। ਇਸੇ ਕਰਕੇ ਜਿਸ ਦਿਨ ਉਹਨਾਂ ਨੇ ਸਖਤ ਸ਼ਬਦ ਬੋਲੇ ਤੇ ਬਾਬਾ ਬੁੱਢਾ ਸਾਹਿਬ ਜੀ ਜੈਸੇ ਮਹਾਂਪੁਰਖਾਂ ਨੇ ਕਿਹਾ ਸੀ, ਕਹਿਣ ਲੱਗੇ ਕਿ ਇਹ ਸੇਵਾ ਨਹੀਂ, ਬਿਨਾ ਨਿਮਰਤਾ ਹੋਏ ਨਾ ਸੇਵਾ, ਸੇਵਾ ਕਹਾਂ ਮਹਾ ਆਮੇਵਾ। ਇਹ ਬਾਬਾ ਪਿਰਥੀ ਚੰਦ ਦੀ ਸ਼ਬਦ ਕਹੇ ਕਿ ਨਿਮਰਤਾ ਨਾਲ ਕੀਤੀ ਹੋਈ ਸੇਵਾ ਸਵੀਕਾਰ ਹੁੰਦੀ ਹੈ। ਇਹ ਸੇਵਾ ਨਹੀਂ, ਇਹ ਸਿਰਫ ਅੰਦਰ ਦੀ ਖੌਮੇ ਵੇ, ਅੰਦਰ ਦਾ ਹੰਕਾਰ ਹੈ। ਸਤਿਗੁਰਾਂ ਨੇ ਕਿਹਾ ਵੀ ਜਾ ਉੱਤਰ ਦਿੱਤਾ ਨਹੀਂ, ਇਤਿਹਾਸ ਵਿੱਚ ਆਉਂਦਾ। ਬਾਬਾ ਮਹਾਦੇਵ ਜੀ ਨੂੰ ਕਿਹਾ, ਉਹਨਾਂ ਕਿਹਾ ਜੀ ਇੱਥੇ ਕੌਣ ਕਿਸੇ ਦਾ ਰਿਸ਼ਤੇਦਾਰ, ਕੌਣ ਚਾਚਾ, ਕੌਣ ਤਾਇਆ, ਕੌਣ ਭਰਾ, ਕੌਣ ਭੂਆ, ਸਭ ਝੂਠ।
ਤੇ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਬੇਟਾ ਕਿ ਆਪ ਜੀ ਨੇ ਲਾਹੌਰ ਜਾਣਾ ਹੈ, ਪਿਤਾ ਜੀ 7 ਬਚਨ ਤੇ ਸਾਡੇ ਸੰਦੇਸ਼ੇ ਤੋਂ ਬਿਨਾ ਆਉਣਾ ਵੀ ਨਹੀਂ। ਮੈਂ ਅਰਜ਼ ਕੀਤੀ ਆਗਿਆਕਾਰੀ ਪੁੱਤਰ। ਫਿਰ ਉਹ ਆਗਿਆਕਾਰੀ ਪੁੱਤਰ ਜਿਹੜਾ ਪਿਤਾ ਜੀ ਦੇ ਹੁਕਮ ਨੂੰ ਕੇਵਲ ਦੁਨਿਆਵੀ ਪਿਤਾ ਜਾਣ ਕੇ ਨਹੀਂ, ਸੱਚ ਐਵੇਂ ਦੀਨ ਦੁਨੀ ਦਾ ਮਾਲਕ ਧੰਨ ਗੁਰੂ ਰਾਮਦਾਸ ਸਮਰੱਥ ਪਾਰ ਬ੍ਰਹਮ ਪਰਮੇਸ਼ਵਰ ਜਾਣ ਕੇ ਉਹਨਾਂ ਦੇ ਹੁਕਮ ਨੂੰ ਮੰਨਦੇ। ਸਾਡੇ ਇੱਕ ਇਤਿਹਾਸਕਾਰ ਨੇ ਕਿਹਾ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿਹਾ ਬੇਟਾ ਆਪ ਜੀ ਨੇ ਸ਼ਾਦੀ ਵਿੱਚ ਵਿਵਾਹ ਵੀ ਜਾਣਾ ਹੈ ਤੇ ਨਿਮਰਤਾ ਸਹਿਤ ਹੱਥ ਜੋੜ ਕੇ ਕਹਿੰਦੇ ਪਿਤਾ ਜੀ ਵਿਆਹ ਵਿੱਚ ਤਾਂ ਖੁਸ਼ੀਆਂ ਨੇ, ਵਿਆਹ ਵਿੱਚ ਤਾਂ ਪਸੰਦਤਾ ਦਾ ਮਾਹੌਲ ਹੈ, ਜੇ ਤੁਹਾਡਾ ਹੁਕਮ ਹੋਵੇ ਜਿੱਥੇ ਮੌਤ ਵੀ ਸਾਹਮਣੇ ਦਿਸਦੀ ਹੋਵੇ ਅਸੀਂ ਉੱਥੇ ਵੀ ਜਾਣ ਨੂੰ ਤਿਆਰ ਹਾਂ ਸਾਂ, ਤਾਂ ਸਿਰਫ ਤੁਹਾਡਾ ਹੁਕਮ ਹੀ ਮੰਨਣਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਗਏ। ਉਹ ਅਸਥਾਨ ਵੀ ਕਾਇਮ ਹੈ ਜੀ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਦੇ ਬਿਲਕੁਲ ਸਾਹਮਣੇ, ਕਿ ਜਿੱਥੇ ਸਤਿਗੁਰਾਂ ਨੇ ਪੱਤਰਕਾਵਾਂ ਲਿਖੀਆਂ ਨੇ। ਇਹ ਗੱਲ ਵੱਖਰੀ, ਕੋਈ ਅੱਜ ਮੰਨੇ ਨਾ ਮੰਨੇ, ਪਰ ਹਿਸਟਰੀ ਔਰ ਥਾਂ ਬੋਲਦੀ ਹੈ ਜਿੱਥੇ ਧੰਨ ਗੁਰੂ ਅਰਜਨ ਦੇ ਬਿਰਹਾ ਵਿੱਚ ਆ ਕੇ ਪਿਤਾ ਗੁਰਦੇਵ ਜੀ ਨੂੰ ਪੱਤਰਕਾਵਾਂ ਲਿਖਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਦਾ ਉੱਥੇ ਮਿਲਾਪ ਸਾਈਂ ਮੀਆਂ ਮੀਰ ਜੀ ਨਾਲ ਵੀ ਹੁੰਦਾ ਹੈ। ਉਹ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਕੋਲ ਵੀ ਆਉਂਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਿਤਾ ਜੀ ਦੇ ਇੱਕ ਆਗਿਆਕਾਰੀ ਪੁੱਤਰ। ਮੈਂ ਸਿਰਫ ਇਹ ਦੁਨਿਆਵੀ ਜਿਹਾ ਸ਼ਬਦ ਇੱਕ ਵਰਤਿਆ ਹੈ। ਇਹ ਕਿਉਂ ਵਰਤਿਆ ਵੀ ਆਪਾਂ ਕਹਾਂਗੇ ਜੀ ਜਦੋਂ ਭਗਤ ਉੱਤਰ ਆਇਓ ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਮੈਂ ਇਸ ਕਰਕੇ ਵਰਤਿਆ ਇੱਕ ਆਗਿਆਕਾਰੀ ਪੁੱਤਰ ਉਹ ਹੈ ਜਿਹੜਾ ਪਿਤਾ ਜੀ ਦੇ ਹੁਕਮ ਨੂੰ ਮੰਨ ਕੇ ਜਿੱਥੇ ਕਹਿੰਦੇ ਆ 7 ਬਚਨ ਕਰਕੇ ਜਾਂਦਾ ਹੈ, ਤੇ ਇੱਕ ਪੁੱਤਰ ਉਹ ਵੇ ਜਿਹੜਾ ਪਿਤਾ ਜੀ ਦੇ ਸਨਮੁਖ ਉੱਚੇ ਸ਼ਬਦ ਬੋਲਦਾ ਹੈ ਤੇ ਜਿਹਦੇ ਪ੍ਰਤੀ ਗੁਰੂ ਰਾਮਦਾਸ ਆਪਣੀ ਰਸਨਾ ਤੋਂ ਅੰਮ੍ਰਿਤ ਬਚਨ ਉਚਾਰਨ ਕਰਦੇ। ਉਹ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਜੀ। ਗੁਰੂ ਰਾਮਦਾਸ ਜੀ ਦਾ ਕਾਹੇ ਪੂਤ ਝਗੜਤਾ ਹੋ ਸੰਗ ਬਾਪ। ਮੈਂ ਇਸ ਕਰਕੇ ਸ਼ਬਦ ਵਰਤਿਆ ਆਗਿਆਕਾਰੀ ਪੁੱਤਰ। ਹੁਣ ਇਹ ਸ਼ਬਦ ਇਤਿਹਾਸ ਕਹਿੰਦਾ ਬਾਬਾ ਪ੍ਰਿਥੀ ਚੰਦ ਜੀ ਬਾਰੇ ਹੈ, ਕਹਿੰਦੇ ਨੇ ਪੁੱਤਰ ਪਿਤਾ ਨਾਲ ਕਾਹਦੇ ਲਈ ਝਗੜਨਾ ਪਿਆ ਹੈ। ਇੱਕ ਪੁੱਤਰ ਝਗੜ ਨਹੀਂ ਰਿਹਾ, 7 ਬਚਨ ਕਰਕੇ ਜਾ ਰਿਹਾ ਹੈ। ਦੂਸਰਾ ਝਗੜਾ ਪਾ ਰਿਹਾ ਹੈ ਤੇ ਮਹਾਰਾਜ ਨਾਲ ਇਹ ਵੀ ਕਹਿੰਦੇ ਆ ਵਿੱਚੇ ਜਿਸ ਪੈਸੇ ਦੇ ਹੰਕਾਰ 'ਚ ਤੂੰ ਬੋਲ ਰਿਹਾ ਹੈ। 2-3 ਗੱਲਾਂ ਮਹਾਰਾਜ ਨੇ ਸਮਝਾਈਆਂ ਇਹਦੇ 'ਚ। ਇੱਕ ਤਾਂ ਬੱਚੇ ਜਿਸ ਮਾਪਿਆਂ ਨੇ ਜਨਮ ਦਿੱਤਾ ਹੈ ਉਹਨਾਂ ਦੇ ਸਾਹਮਣੇ ਬੋਲੀ ਦਾ ਨਹੀਂ। ਜੇ ਅੱਜ ਦੇ ਪਰਿਪੇਖ 'ਚ ਦੇਖੋ, ਮੈਂ ਅਰਜ਼ ਕਰਾਂ ਸੱਚੇ ਪਾਤਸ਼ਾਹ ਨੌਜਵਾਨਾਂ ਨੂੰ, ਬੱਚਿਆਂ ਨੂੰ, ਬੱਚੀਆਂ ਨੂੰ ਇਹ ਗੱਲ ਸਮਝਾਉਂਦੇ ਪਏ ਨੇ। ਉਹ ਬੱਚਿਓ ਜਿਨ੍ਹਾਂ ਮਾਪਿਆਂ ਨੇ ਜਨਮ ਦਿੱਤਾ ਹੋਵੇ, ਦਿਨ ਰਾਤ ਮਿਹਨਤ ਮੁਸ਼ੱਕਤ ਕਰਕੇ ਤੁਹਾਡੀ ਪਾਲਣਾ ਕੀਤੀ ਹੋਵੇ, ਉਹਨਾਂ ਦੇ ਸਾਹਮਣੇ ਬੋਲੀ ਦਾ ਨਹੀਂ। ਜੇ ਬੋਲੋਗੇ ਤੇ ਸਿਰ ਦੇ ਉੱਤੇ ਪਾਪਾਂ ਦੀ ਪੰਡ ਵੱਜ ਜਾਏਗੀ। ਇਹ ਸਤਿਗੁਰੂ ਦੇ ਸ਼ਬਦ ਨੇ। ਮਹਾਰਾਜ ਕਹਿ ਰਹੇ ਤੇ ਮੈਂ ਕਹਿੰਦਾ ਅੱਜ ਦੀ ਹਾਲਤ ਐਸੀ ਹੈ। ਨੈਗੇਟਿਵ ਨਾ ਸੋਚਿਓ। ਜਦੋਂ ਬੰਦਾ ਜਨਮ ਲੈਂਦਾ ਬੱਚਾ ਨਾ ਜੀ, ਉਦੋਂ ਆਪਣੀ ਮਾਂ ਦਾ ਕੱਪੜੇ ਭਿਉਂ ਹੀ ਰੱਖਦਾ। ਮੈਂ ਪੁਰਾਤਨ ਸਮੇਂ ਦੀ ਗੱਲ ਕਰ ਰਿਹਾ, ਅੱਜ ਵਾਲੀ ਨਹੀਂ, ਕਿ ਉਸ ਵਕਤ ਉਹਦੇ ਪੋਤੜੇ ਭਿੱਜੇ ਮਾਂ ਰਸੁੱਤਿਆਂ ਉਹ ਮਾਂ ਦੇ ਕੱਪੜੇ ਭਿਓ ਦਿੰਦਾ ਆਪਣੇ ਮਲ ਮੂਤਰ ਨਾਲ। ਉਹ ਤੂੰ ਇਹਨੂੰ ਸੁੱਕਣ ਵੀ ਦੇ ਮਾਂ ਨੂੰ। ਜਦੋਂ ਤੂੰ ਜੰਮਿਆ ਉਦੋਂ ਇਹਦੇ ਬਸਤਰ ਭਿਉਂ ਦਿੱਤੇ। ਹੁਣ ਇੰਨੀ ਨਲਾਇਕੀ ਕਰਨਾ, ਇਹਦੀਆਂ ਅੱਖਾਂ ਹੀ ਤੇਰੀ ਨਲਾਇਕੀ ਕਰਕੇ ਭਿੱਜੀਆਂ ਰਹਿੰਦੀਆਂ ਨੇ। ਹੁਣ ਤੂੰ ਇਹਦੀਆਂ ਅੱਖਾਂ ਹੀ ਕਦੀ ਸੁੱਕਣ ਨਹੀਂ ਦਿੰਦਾ। ਪਰ ਗੁਰੂ ਰਾਮਦਾਸ ਮਹਾਰਾਜ ਇਹ ਬਚਨ ਕਹਿ ਰਹੇ ਨੇ ਕਿ ਬੇਟਾ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਨੇ ਬਡੀਰੇ ਤੁਮ ਹੋ 300 ਝਗੜਤ ਪਾਪ, ਜਿਸ ਧਨ का तुम गर्भ करत हो सो तन किसै न आप, खिन में छोड़ जाए बिख्या रस तो लागे पछताप। गुरु अर्जुन देव आग्याकारी पुत्र। भावें मैं कल थोड़ा जिहा बाणी का जिक्र पहला कर दिता, उस तो अगली बेनती वो दिलों मुहब्बत करते हैं पिता गुरदेव जी ने। सतगुरु गुरु अर्जुन देव जी ने बुलाते ने, मेरा मन लोचा गुरदर्शन ताई विलप करे चातर की न्याय। हजूर सच्चे पातशाह अपने छोटे बेटे नूं गुरु अर्जुन देव जी नूं गुरता गद्दी ते असीन करते हैं। 18 साल ते 4 महीने की आरबला सी जदों सच्चे पातशाह गुरु अर्जुन देव गुरता गद्दी ते विराजमान होए। मेरी बेनती है 11 साल तो उन्हां दी आरबला गुरु अर्जुन देव जी दी, नाना गुरु जी दी
ਗੁਰੂ ਅਮਰਦਾਸ ਗੁਰਗੱਦੀ ਤੇ ਸਨ। 11 ਸਾਲ ਦੀ ਉਮਰ ਤੱਕ ਨਾਨਾ ਗੁਰੂ ਦੀ ਅਸੀਸ ਮਿਲੀ, 7 ਸਾਲ ਪਿਤਾ ਗੁਰੂ ਦੀ ਬਖਸ਼ਿਸ਼ ਮਿਲੀ, 18 ਸਾਲ ਦੀ ਆਰਬਲਾ 'ਚ ਮਹਾਰਾਜ ਧੰਨ ਗੁਰੂ ਅਰਜੁਨ ਦੇਵ ਗੁਰਤਾ ਗੱਦੀ ਤੇ ਅਸੀਨ ਹੋਏ। 43 ਸਾਲ ਦੀ ਆਰਬਲਾ 'ਚ ਮਹਾਰਾਜ ਸ਼ਹਾਦਤ ਦਾ ਜਾਮ ਪੀਂਦੇ ਆ। ਗੁਰੂ ਅਰਜੁਨ ਦੇਵ ਜਦੋਂ ਗੁਰਤਾ ਗੱਦੀ ਤੇ ਅਸੀਨ ਹੋਏ ਤੇ ਮੈਂ ਤਾਂ ਅਰਜ਼ ਕੀਤੀ, ਘਰ 'ਚੋਂ ਵਿਰੋਧ ਸ਼ੁਰੂ ਹੋ ਗਿਆ। ਇਹਨੂੰ ਕੋਈ ਅੱਖਾਂ ਤੋਲੇ ਨਹੀਂ ਕਰ ਸਕਦਾ, ਕਿਉਂਕਿ ਗੁਰਬਾਣੀ ਨੇ, ਗੁਰਮਤ ਦੇ ਸਾਹਿਤ ਨੇ ਇਹਨਾਂ ਘਟਨਾਵਾਂ ਨੂੰ ਆਪਣੇ ਵਿੱਚ ਸਮੋ ਕੇ ਰੱਖਿਆ। ਤੇ ਮੈਂ ਆਪ ਨੂੰ ਕੱਲ ਇੱਕ ਬੇਨਤੀ ਕੀਤੀ ਸੀ, ਆਪਾਂ ਤੱਤੀ ਤਵੀ ਤੱਕ ਪਹੁੰਚਣਾ, ਉਹਨਾਂ ਦੀਆਂ ਬਖਸ਼ਾਂ ਵੀ। ਕਿਹੜਾ ਜ਼ਿੰਦਗੀ ਦਾ ਮੌਕਾ ਹੈ, ਕਿਹੜਾ ਜ਼ਿੰਦਗੀ ਦਾ ਪੜਾਅ ਹੈ, ਤੇ ਕਿਹੜੀ ਥਾਂ ਇਸ ਧਰਤੀ ਦੀ ਜਿੱਥੇ ਗੁਰੂ ਅਰਜੁਨ ਦੇਵ ਨੂੰ ਵਿਰੋਧ ਕਰਨ ਵਾਲਿਆਂ ਨੇ ਤਪਾਉਣ ਦਾ ਯਤਨ ਨਹੀਂ ਕੀਤਾ। ਇੱਕ ਹੈ ਫਿਜ਼ੀਕਲ ਤੌਰ ਤੇ ਸਰੀਰਕ ਤਸੀਹੇ ਦੇਣੇ ਜਿਹੜੇ ਅੰਤ ਤੱਕ ਦਿੱਤੇ, ਤੇ ਮਾਨਸਿਕ ਤੌਰ ਤੇ ਕਿੰਨਾ ਟੌਰਚਰ ਕਰਨਾ। ਜਿਹਨੂੰ ਦੁਨਿਆਵੀ ਤੌਰ ਤੇ ਦੇਖੀਏ ਕਿ ਪਿਤਾ ਜੀ ਪ੍ਰਭੂ ਪਿਆਨਾ ਕਰ ਗਏ ਨੇ, ਉਸ ਤੋਂ ਬਾਅਦ ਸੱਕਾ ਭਰਾ ਵਿਰੋਧ ਕਰ ਰਿਹਾ ਹੈ। ਹਾਲਾਂਕਿ ਬਾਬਾ ਬੁੱਢਾ ਸਾਹਿਬ ਜੀ ਜੈਸੇ ਬਾਅਦ ਵਿੱਚ ਆਏ ਭਾਈ ਗੁਰਦਾਸ ਸਾਹਿਬ ਉਦੋਂ ਇੱਥੇ ਨਹੀਂ ਸਨ ਜਦੋਂ ਗੁਰੂ ਰਾਮਦਾਸ ਪਿਆਨਾ ਕੀਤਾ। ਇਹਨੇ ਗੁਰਸਿੱਖ ਨਾਲ ਪਰ ਪ੍ਰਿਥੀ ਚੰਦ ਮਸੰਦਾਂ ਨੂੰ ਨਾਲ ਲੈ ਕੇ ਧੰਨ ਗੁਰੂ ਅਰਜੁਨ ਦੇਵ ਦੇ ਅੰਦਰ ਨੂੰ ਸੱਚਮੁੱਚ ਤਪਾਉਣ ਦਾ ਯਤਨ ਕਰਦਾ ਹੈ। ਪਰ ਠੰਡ ਦਾ ਘਰ ਗੁਰੂ ਅਰਜੁਨ ਦੇਵ, ਸਭ ਕੁਝ ਸਹੀ ਜਾਂਦਾ ਹੈ, ਪਰ ਕਦੀ ਉਹਨਾਂ ਦੇ ਅੰਦਰੋਂ ਤੱਤਾਪਣ ਜਾਂ ਇਹ ਕਹਾਂ ਕਿ ਅੰਦਰ ਕਾਲਾਪਣ ਹੈ ਹੀ ਨਹੀਂ। ਤਪਾਉਣ ਦਾ ਯਤਨ ਤਾਂ ਕੀਤਾ। ਇਸੇ ਕਰਕੇ ਭੱਟਾ ਨੇ ਫਿਰ ਲਿਖਿਆ, ਜਦੋਂ ਅਸੀਂ ਉਹਨਾਂ ਦੇ ਬਚਨ ਪੜ੍ਹਨੇ ਹਾਂ, ਉਹਨਾਂ ਨੂੰ ਕਹਿਣਾ ਪਿਆ ਵੀ ਇਹ ਗੱਦੀ ਗੁਰੂ ਅਰਜੁਨ ਦੇਵ ਨੂੰ ਦਿੱਤੀ ਗਈ, ਪ੍ਰਿਥੀ ਚੰਦ ਨੂੰ ਨਹੀਂ। ਭੱਟਾਂ ਦਾ ਅਖੀਰਲਾ ਸਵਈਆ, ਦੇਵਪੁਰੀ ਮੈਂ ਆਪ ਮਹਾਰਾਜ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰ ਤਾਹੇ ਬਿਠਾਇਓ, ਰਹਿਸ ਕਿਓ ਸੁਰਦੇਵ ਤੋਏ ਜੈ ਜੈ ਜੰਪੈ, असुर गए ते भाग पाप तिन भीतर कंपै, काटे सो पाप तिन नरों के, गुरु रामदास जिन पायो, छत्र संघासन पृथ्वी गुरु अर्जुन को दे आयो। क्या है फिर बेनती सुनियो, इस शब्द नूं क्योंकि अर्थ नहीं याद करांगा। उन्हां लोकां दे पाप कट्टे गए जिन्हां ने गुरु रामदास नूं चेते कीता, ते गुरु रामदास छत्र संघासन पृथ्वी गुरु अर्जुन को दे आयो। दे आयो, दे आयो दा मतलब अपनी खयाती विच दित्ती है, बाद विच नहीं। ते जदों पिरथी चंद जी ने यह भी रौला पाया, देखो जी ये जी पिता जी चलाना कर गए, उत्थे भट्टां नूं ये शब्द कहना पिया, गुर अर्जुन सिर छतर आप परमेश्वर दियो। ये मैं तां तुकां लईआं ने, दियो है गुरु अर्जुन देव महाराज, उन्होंने धुर दरगाह विचों रहमत मिली है। गुर अर्जुन सिर छत्र आप परमेश्वर दियो। इथों तक कि गुरु अर्जुन देव जी का इन्ना विरोध किया, गुरु के लंगर मस्ताने हुए कोई शक नहीं। गुरु अर्जुन देव कोई उलामा नहीं दिता। पिता गुरुदेव दे प्याने तो बाद रौला पाया, लंगर मस्ताने हो गया। बस इको गल कही, तुहाडे सामने गुरुद्वारा इसे शहर च पिपली साहब है ना, जिथे महाराज आप जाते आ, संगतां दे सचमुच मुठा चापी करते हैं। बाबा बुढ़ा साहब जी जैसे गुरमुख, भाई गुरदास साहब जैसे आत्मदर्शी गुरसिख उस संगत नूं सुचेत करते आ कि गुरु घर विच गुरु जोत धन गुरु अर्जुन देव जी दे कोल है। पर जदों लंगर मस्ताने हुंदे आ, महाराज कोई शराब, कोई तप दा बोल नहीं, इको बचन कहंदे आ, रूखो भोजन भूम सैन सखी प्रै संग सूख बिहाट। रुखी रोटी मिल जाए, जमीन ते वसेबा लेटना मिल जाए, पर परमेश्वर तेरी याद होवे ते अंदर कोई भी गिला नहीं। सुनी जाओ, मैं जिहड़ी बेनती भरा तपान दा यतन करदा नहीं, ते जदों सारी हो रही है, इतिहास विच आउंदा मसंदां नूं गंढ लिया जांदा है, चूने दे विच मिलावट का जिक्र किया जाता इतिहास विच, पर गुरु अर्जुन देव सच्चे पातशाह सब कुछ सह जाते आ, फिर भी तपदे नहीं। इत्थों तक प्यारिओ, इस थां नूं छड्ड के, गुरु की महल वाली थां नूं छड्ड के महाराज वडाली जाते आ। गुरु की वडाली जिन्हों असीं कहने आ, सच्चे पातशाह जाते आ, जिथे गुरु हरगोबिंद साहिब का आगमन हुंदा है। ते जिस
खुशी विच सच्चे पातशाह मानव कल्याण लई 6 हर्टां वाला खूह लवांदे आ, जिन्हों आपां शहारटा साहिब अज कहने आ। चलो 6 हर्टां वाला खूह प्यारिओ, सक्का भरा कदी सुलभी नूं चाड़ के लिआउंदा, एक सुलभी आउंदा एक सुली आउंदा है। सुलभी वखरा है ते सुली वखरा है। सुली दा जिक्र गुरु ग्रंथ साहिब विच आउंदा है, सक्का भरा लैके आउंदा है। मैं कल भी अर्ज की, वो इस करके भी गद्दी दा हकदार मैं हाँ। ते बाणी विच ये बचन ने कि गुरु अर्जुन देव जी नूं कहा जांदा है, महाराज देखो सुली चढ़ के आ गया। मैं तुहानूं बेनती कर रहा, किहड़ी परेशानी, किहड़ा कलेश, किहड़ा दुख, किहड़ी घटना अंदर नूं खंडाण वाली नहीं गुरु अर्जुन देव नाल वापरी। प्यारिओ, गोइंदवाल साहिब तो लैके लाहौर तक दुनिया की कोई ताकत गुरु अर्जुन देव के अंदर नूं तपा नहीं सकी। इन्हां अंदर टिकिया ते ठंडा प्रताख हारे ना। गुरु अर्जुन देव के हिरदे विच पार ब्रह्म का निवास है। सुली चढ़ के आउंदा है। पर गुरु अर्जुन देव जी की कहंदे आ, जिहड़े 3 बचन खास करके, प्रथम है माता जे पत्री चलाऊं, द्वितीय माता दो मानक पंचाऊं, तृतीय माता किच करूं उपाया, मैं सब की छोड़ प्रभ तू ही ते आया, तेरा आसरा है। सुली आउंदा है। मैं उस दिन क्या विचार करदियां करो, गुरमुखो ये तो सतगुरां ने शब्द दर्ज कर दिता कि सुली ते नारायण राख, सुली का हाथ कहीं ना पहुंचे, सुली होए मुआ नापाक, काट कुठार खसम सिर काटिया, खिनमय खोए गया है खाक, मंदा चितवत चितवत पचिया, जिन रचिया तिन दीना ताक। ये महाराज ने शब्द दर्ज कर दिता। शायद अज दे ज्ञानी नूं ना पचदा, उन्हें कहना सी तां किसी ने मिलावट करती इतिहास विच ही। नहीं प्यारिओ, सुली दी मौत हुई, आवे विचों सड़ मरिया। गुरु अर्जुन देव सच्चे पातशाह शांत ने। मैं बेनती कल की कि गुरबाणी विच मिलावट मीणियां ने शुरू कर दी, पर धन गुरु अर्जुन देव सच्चा पातशाह उन्होंने धुर की बाणी वाह कर दी, कच्ची बाणी वाह कर दी। परमात्मा ने पुत्र की दात दी। गुरु हरगोबिंद साहिब का आगमन होया ते सक्के भरा ने जी, पहला दाई, फिर खिडावा, फिर सपेरा, ये 3 वार किते ना। पर गुरमुखो, गुरु अर्जुन देव महाराज जी ने कल भी बेनती की, इको कलोता पुत्र, लोक वधाइयां संगतां गुरबाणी पढ़ पढ़ के रूहानी वधाई दे रही सन, पर सक्का भरा भतीजे नूं मारन वास्ते हीले बना रहा सी। गुरु अर्जुन देव फिर भी तपे नहीं, बिल्कुल शांत ही रहे। ये शांति कमजोरी नहीं, ये शांति सुरम गति है। ऐसे शांति ते सबर ने तत्ती तवी ते बैठ के उस तपश का मुकाबला करना है। सतगुरु गुरु अर्जुन देव महाराज जी ने जेड़ी साडे ते बख्शिश की, मैं कल भी क्या, गुरसिखो इस गुरु ग्रंथ साहिब महाराज ने, क्योंकि साडे कोल समा सी सिर्फ इन्ना क, जिन्नी को बख्शिश की, किन्नियां भाषावां महाराज जी ने वरतियां, रेखता महाराज जी ने वरती, जिन्हों अजकल आप उर्दू कह रहे दी शुरुआत हो रही सी। मीरा दाना दिल सोच रेखता है। सतगुरां ने सहजकृति, सतगुरां ने गाथा, सतगुरां ने पंजाबी, सतगुरां ने ब्रिज भाषा, सतगुरां ने लहिंदी आ दखने जेड़े ने, तू चौ सज्जन मैडिया देई सिस उतार, नैन महंजे तरसदे कद पसी दीदार। महाराज जी ने शब्द वरते, देखण को मुश्ताक मुख कजेहा तो धनी। महाराज जी ने सारे शब्दों की वरतों की। सब तो वड्डी मैं कल कहा, जेड़ी बख्शिश की, गुरसिखो इस मानवता के उधार वास्ते गुरु ग्रंथ साहिब की संपादना कर दी। फिर नाल एक वचन सानू कह दिता, इसनूं मैं जरूर साझा कर देना। महाराज गुरु अर्जुन देव जी वचन करते हैं कि संगत जी, जो कुछ मानवता नूं मिल गया है, कहने ये प्यो दादे दी इन्नी क कमाई है कि रहिंदी दुनिया तक कोई बंदा दुनिया दा, इकल्ला मैं सिख नहीं कहा, दुनिया दा कोई बंदा जिहड़ा आत्मक भुख दी तृप्ति लई आवेगा, गुरु ग्रंथ साहिब जी का पाठ करेगा, ये शब्द हर बंदे दे अंदर दी तृप्ति कराएगा। महाराज जी का यह बचन
हम तनवंत भागड़ सचनाए, हर गुण गावें सह सुभाए। प्यू दादे का खोल डिठा खजाना, ता मेरा मन भया निधाना। रतन लाल जाका कछु ना मोल, भरे भंडार अखूट अतोल। खावें खर्चे रल मिल भाई, तोट ना आवे वध हो जाई। पर यह भी खजाना बदकिस्मती नाल नहीं, बदकिस्मत शब्द वरता। कहो नानक जिस मस्तक लेख लिखाए, सो एत खजाने लहर लाए। जिहदे मस्तक दे लेख ने गुरु अर्जुन साहब ने, जिथे अज तुसीं सारे मत्था टेकण आए हो। प्यारिओ याद रखियो श्री हरमंदर साहब, ठीक है गोल्डन टैंपल मैं एक बारी कहा सी वरतिंदा पे शब्द, पर असल च पता कि ये हर जपे हरमंदर साजिया, संत भगत गुण गावे राम। खरी नूं जपण वास्ते हरमंदर है। इसे नूं बाबा सतगुरां ने कहा डिठे सभे थाम, नहीं तुद जिहा बद्धो पुरख विधाता है। तां तू सोहया वस दी सगन अपार, अनूप रामदासपुर। हर हां नानक कसमल जाए नाया रामदास सर। प्रोफैसर पूर्ण सिंह दी एक कविता है, मैं थोड़ा जिहा आउणा, मैं शहादत संबंधी सिर्फ पंछी चात महाराज की बख्शिश करके गए। वो कहता है घेरा पिया होया है, तुसीं देखो किन्नी अज बीमारी है। आपां सारियां हदायतां मन भी रहे हां जो हैल्थ वाले कह रहे आ, पर सिखां नूं पुछ के देखो ਜਿਹੜੇ ਅੱਜ ਇਹ कथा सुन रहे आ, इसे मुल्क 'ਚ ਜਿਹੜੇ बैठे आ, ਜਿਹੜੇ रूटीन 'ਚ महीने बाद हफ्ते बाद सतगुरां दे दरबार 'ਚ आ के मत्था टेकदे सन, उन्हां दे हिरदे अज बैराग नाल भरे पए ने। वो किहड़ी सुलखनी घड़ी आवे जदों गुरु रामदास तेरे दरबार 'ਚ आ के मत्था टेकीए। पूਰਨ सिंह कहंदा है घेरा पिया है, कविता वैसे ओदी कि एक माई, मैं सिर्फ वह तत्त भाव दसन लगा, निक्का जिहा चुंगदा दुध चुंगदा बच्चा चुकी लियाउंदी, तेजी नाल दौड़ी आउंदी है। दीवान कौड़ा मुल मिलदे आ, वो जो ना लिखिया, कहंदे वो कहंदे ने बीबी कित्थे चली है, कहंदी है हरमंदर मत्था टिकाण चली आ बच्चे नूं। कहण लगे तैनूं पता घेरा पै गया, उत्थे सिखां नूं मार दिता जाना, उत्थे सिखां दे कतल हो रहे आ, तू तेजी नाल दौड़ रही है। कहंदी मैं तां ही तां तेजी नाल लैके चली आ, मरना ते एक दिन है, पर मेरा पुत्र गुरु रामदास दे चरना भी जाके मत्था टेक लवे, जेदा अंत भी आ जाए। प्यारिओ ये गुरु अर्जुन देव की बख्शिश है। मैं एक बेनती करा, 4 दरवाजे ने पर रस्ते 4 कोई नहीं। दरवाजे 4 ने पर अंदर प्रवेश करने का रस्ता सिर्फ एक ही है। दर्शनी ड्यूटी तो रस्ता एक ही है ना जी। आप घंटा कर वाले, अब तुम ये ना समझो मैं वड्डी परिक्रमा की गल नहीं कर रहा। वड्डी परिक्रमा च जो अंदर प्रवेश करने आ, हरमंदर के दरवाजे 4 ने, 4 वर्णा दे, 4 मजहबां दे, 4 दिशावां दे, जेड़ा मर्जी आए। पर एक गल चेते रखियो, इत्थे मत इक्को दी गल कीती जांदी, एक ओंकार। इत्थे अंदर प्रवेश करने का रस्ता एक है। आपनू पता है बैठे ने सिंह साहब कि हरमंदर साहब दे दरवाजियां नू बाहरों कुंडी नहीं लगती, अंदरों कुंडी खुलती है। मैं खैर बेनती करा, ये गुरु अर्जुन देव की बख्शिश है, ये रहमत उन्होंने की। ते अगली गल, गुरु ग्रंथ साहब का सन्मान जे सिखण की थां देखनी है तो केवल गुरु अर्जुन देव नूं पुछो। हरमंदर साहब विच प्रकाश बाद विच हुंदा है। वाहिगुरू जी पहला हरमंदर बनता है तो संपादना गुरु ग्रंथ साहब की बाद विच हुंदी है। जिस जगह ते हरमंदर दा पर गुरु ग्रंथ साहब का प्रकाश किया जाना, वो जगह पहला बनाई, संपादना बाद विच कीती। जिस कोठे विच गुरु अर्जुन देव रोज आराम करते ने, उस कोठे विच पलंग ते गुरु ग्रंथ साहब का आराम है, ते गुरु अर्जुन देव आप जमीन के उत्ते लेटते हैं। ते अज सब नूं पता श्री अकाल तख्त साहब ते पलंग दे थल्ले चादर विछी है जी, वो किस दे नाम दी है। एवें उठ के गल्लां कर देनियां, नहीं जी महाराज नूं पलंग दी की लोड़ जी, चौर दी की लोड़ जी, ये ज्ञान गुरु है। मैं कहना गुरु अर्जुन देव नूं पुछो, वो कहंदे ने पोथियां तो ग्रंथ तां बनावांगा, पहला प्रकाश करने वास्ते हरमंदर बनावांगा। थां पहला बनाई फिर प्रकाश किया। ते जिस कोठे च आराम करते ने
ਜਿੱਥੇ ਪ੍ਰਕਾਸ਼ ਕੀਤਾ ਜਾਂਦਾ ਉੱਥੇ ਸੁੱਖ ਆਸਨ ਨਹੀਂ ਕੀਤਾ, ਨਹੀਂ ਕੀਤਾ ਜੀ, ਕਿਉਂਕਿ ਦਰਬਾਰ ਹੈ, ਇਹ ਸੱਚੇ ਪਾਤਸ਼ਾਹ ਦਾ ਦਰਬਾਰ ਹੈ ਤੇ ਪਾਤਸ਼ਾਹ ਦੇ ਆਰਾਮ ਵਾਸਤੇ ਕੋਠਾ ਸਾਹਿਬ ਹੈ। ਇਹਨੂੰ ਭਾਵਨਾ ਸਹਿਤ ਸਮਝ ਕੇ ਦੇਖੀਏ। ਗੁਰੂ ਅਰਜੁਨ ਦੇਵ ਸੱਚਾ ਪਾਤਸ਼ਾਹ ਜਿਸ ਵਕਤ ਪ੍ਰਕਾਸ਼ ਕਰਾਇਆ, ਗੁਰਮੁਖੋ ਆਪ ਬੈਠ ਕੇ ਹੁਕਮ ਸੁਣਿਆ ਤੇ ਹੁਕਮਨਾਮਾ ਵੀ ਉਹਨਾਂ ਦੀ ਬਾਣੀ ਚ ਆਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਪਿਆਰਿਓ, ਹਰਮੰਦਰ ਸਾਹਿਬ ਦਿੱਤਾ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਦਿੱਤਾ। ਮੈਂ ਬੇਨਤੀ ਕਰਾਂ ਕਿ ਤਰਨ ਤਾਰਨ ਸਾਹਿਬ ਦੀ ਦਾਤ ਦਿੱਤੀ, ਕੋੜੀ ਆਸ਼ਰਮ ਬਣਾਏ, ਕਰਤਾਰਪੁਰ ਸਾਹਿਬ ਸੱਚੇ ਪਾਤਸ਼ਾਹ ਨੇ ਵਸਾਇਆ, ਲਾਹੌਰ ਹਜ਼ੂਰ ਨੇ ਬੌਲੀ ਲਵਾਈ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਰਾਮਸਰ ਦੀ ਦਾਤ ਦਿੱਤੀ। ਮੇਰੇ ਕਹਿਣ ਤੋਂ ਮੁਰਾਦ ਉਹਨਾਂ ਨੇ ਬੜੀ ਮਿਹਰਬਾਨੀ ਕੀਤੀ। ਮੈਂ ਤਾਂ ਕਿਹਾ ਉਹ ਗੁਰਬਾਣੀ ਦੇ ਵੀ ਪੁੰਜ ਨੇ। ਇਹ ਬਿਲਕੁਲ ਅਸੀਂ ਸੰਖੇਪ ਜਿਹਾ ਚੱਲੇ ਆ, ਇਹ ਨਹੀਂ ਵੀ ਕਿੰਨੇ ਸ਼ਬਦ ਕਿੰਨੇ ਆ ਅਸ਼ਟਪਦੀਆਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਗਿਣਤੀ ਮਿੰਤੀ ਕਰਦੇ ਆ ਅੰਤ ਤਾਂ ਨਹੀਂ ਪੈਂਦਾ। ਤਕਰੀਬਨ 2200 ਤੋਂ ਵੱਧ ਹਜ਼ੂਰ ਸੱਚੇ ਪਾਤਸ਼ਾਹ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਰਹਿਮਤ ਭਰੇ ਬਚਨ, ਇਹ ਸਾਰੀ ਬਖਸ਼ਿਸ਼ ਵਰਤ ਰਹੀ ਸੀ। ਇਸ ਤੋਂ ਅਗਲੀ ਬੇਨਤੀ ਕਰਾਂ, ਜਿਸ ਦਿਨ ਦੇ ਸੰਬੰਧ ਵਿੱਚ ਆਪਾਂ ਅੱਜ ਬੈਠੇ ਹਾਂ, ਸ਼ਹਾਦਤ। ਠੀਕ ਹੈ, ਪੁਰਾਤਨ ਜਿਹੜਾ ਸਿੱਖ ਗ੍ਰੰਥ ਨੇ ਉਹਨਾਂ ਵਿੱਚ ਸ਼ਹਾਦਤ ਦਾ ਕਾਰਨ ਚੰਦੂ ਦਾ ਰਿਸ਼ਤਾ ਮੋੜਨਾ ਦੱਸਿਆ ਜਾਂਦਾ ਹੈ ਕਿ ਇਹ ਮੈਂ ਉਦੋਂ ਵੀ ਕਿਹਾ, ਚੰਦੂ ਉਹਦੇ ਰੋਲ ਨੂੰ ਅੱਖਾਂ ਤੋਲੇ ਨਹੀਂ ਕੀਤਾ ਜਾਏਗਾ। ਉਸ ਬੰਦੇ ਨੇ ਤਸੀਹੇ ਦੇਣ ਵਿੱਚ ਪੂਰਾ ਜ਼ੋਰ ਲਾਇਆ ਹੈ। ਪਰ ਜਦੋਂ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਸੰਬੰਧੀ ਵਿਦਵਾਨਾਂ ਨੇ ਹੋਰ ਖੋਜਬੀਨ ਕੀਤੀ ਤੇ ਸਾਹਮਣੇ ਜਹਾਂਗੀਰ ਦੀ ਤੋਜ਼ਕੇ ਜਹਾਂਗੀਰੀ ਆਈ, ਜਿਹਨੂੰ ਹਰ ਵਿਦਵਾਨ ਤਕਰੀਬਨ ਕੋਟ ਕਰਦਾ, ਈਵਨ ਕਿ ਸ਼੍ਰੋਮਣੀ ਕਮੇਟੀ ਦੀਆਂ ਛਪੀਆਂ ਹੋਈਆਂ ਕਿਤਾਬਾਂ ਵਿੱਚ ਉਹਦਾ ਜ਼ਿਕਰ ਕੀਤਾ ਗਿਆ। ਜਿਹੜਾ ਗੁਰੂ ਅਰਜੁਨ ਦੇਵ ਦਾ ਜੀਵਨ ਐਡਿਟ ਕੀਤਾ ਡਾਕਟਰ ਰੂਪ ਸਿੰਘ ਹੋਣਾ, ਉਹਦੇ ਵਿੱਚ ਇੱਕ ਚੈਪਟਰ ਯਾਸਾ ਦਾ, ਮੈਂ ਬੇਨਤੀ ਕਰਾਂਗਾ ਉਹਨੂੰ ਧਿਆਨ ਨਾਲ ਪੜ੍ਹਿਓ, ਸਰਦਾਰ ਕਪੂਰ ਸਿੰਘ ਦਾ ਲਿਖਿਆ ਹੋਇਆ ਕਿ ਗੁਰੂ ਅਰਜੁਨ ਦੇਵ ਕਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਇੱਕ ਤਾਂ ਰਿਸ਼ਤੇ ਦਾ ਕਾਰਨ, ਚਲੋ ਇੱਕ ਘਰੋਗੀ ਲੜਾਈ ਵੀ ਸੀ, ਇੱਕ ਘਰੇਲੂ ਮਸਲਾ ਹੈ ਨਾ ਜੀ। ਉਸ ਬੰਦੇ ਨੇ ਹੰਕਾਰ 'ਚ ਸ਼ਬਦ ਕਿਹਾ ਕਿ ਚੁਬਾਰੇ ਦੀ ਇੱਟ ਮੋਰੀ ਚਲਾਇਓ। ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਅਰਜੁਨ ਦੇਵ ਜੀ ਦੇ ਘਰ ਬਾਰੇ ਚੰਦੂ ਨੇ ਸ਼ਬਦ ਕਹੇ। ਪਰ ਮੈਂ ਸਾਧ ਸੰਗਤ 'ਚ ਇੱਕ ਬੇਨਤੀ ਕਰਾਂ ਕਿ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਦੇ ਕਾਰਨ ਹੋਰ ਬਹੁਤ ਨੇ, ਇਹ ਵੀ ਇੱਕ ਕਾਰਨ ਹੈ, ਇਹਨੂੰ ਮੈਂ ਖੰਡਨ ਨਹੀਂ ਕਰਾਂਗਾ। ਸਭ ਤੋਂ ਵੱਡਾ ਕਾਰਨ ਕਿ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਦੇ ਵੇਲੇ ਸਿੱਖ ਲਹਿਰ ਜਾਂ ਸਿੱਖ ਕੌਮ ਚੜ੍ਹਦੀਆਂ ਕਲਾਵਾਂ ਵੀ ਜਾਂਦੀ ਪਈ ਹੈ। ਇਸ ਘਰ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਭਾਵੇਂ ਕਟਲ ਮੁਲਾਣੇ ਹੋਣ ਤੇ ਭਾਵੇਂ ਸਨਾਤਨੀ ਜ਼ਿਆਦਾ ਬ੍ਰਾਹਮਣ ਹੋਣ, ਸੱਚ ਇਹ ਵੇ ਸਾਰਿਆਂ ਦੇ ਅੰਦਰ ਇੱਕੋ ਗੱਲ ਸੀ, ਕਿਸੇ ਤਰੀਕੇ ਨਾਲ ਗੁਰੂ ਨਾਨਕ ਦੇ ਘਰ ਦੇ ਇਸ ਰੂਹਾਨੀਅਤ ਦੇ ਸੋਮੇ ਨੂੰ ਬੰਦ ਕੀਤਾ ਜਾਏ। ਉਸ ਵਿੱਚ ਕਾਰਨ ਕਈ ਨੇ। ਜਦੋਂ ਆਪਾਂ ਬਾਣੀ ਦਾ ਪਾਠ ਕਰਨੇ ਉਹਦੇ ਵਿੱਚੋਂ ਸਾਨੂੰ ਸਭ ਮਿਲਦਾ ਹੈ, ਕਿਉਂਕਿ ਇਸ ਘਰ ਦੇ ਅੰਦਰ ਨਾ ਤਾਂ ਕਾਜੀ ਦੀ ਝੋਲਾ ਚੁੱਕੀ ਕੀਤੀ ਗਈ, ਨਾ ਬ੍ਰਾਹਮਣ ਦੀ ਕੀਤੀ ਗਈ, ਨਾ ਜੋਗੀ ਦੀ ਕੀਤੀ ਗਈ। ਇੱਕ ਬਚਨ ਮੈਂ ਆਸਾ ਕੀ ਵਾਰ ਵਿੱਚੋਂ ਆਪ ਨੂੰ ਸੁਣਾਨਾ, ਪਾਠ ਤੇ ਆਪ ਰੋਜ਼ ਸੁਣਦੇ ਹੋ। ਮਹਾਰਾਜ ਉੱਥੇ ਕਹਿੰਦੇ ਆ, ਮਾਨਸ ਖਾਣਾ ਕਰੈ ਨਿਵਾਜ, ਲੋਕਾਂ ਦਾ ਹੱਕ ਖਾਣ ਵਾਲੇ 5 ਵਕਤ ਦੇ ਨਮਾਜ਼ੀ ਬਣੇ ਨੇ। ਛੁਰੀ ਵਗਾਇਨ 3 ਗਲ ਤਾਗ, ਖੱਤਰੀ ਨੇ ਗਲ 'ਚ ਧਾਗਾ ਪਾਇਆ, ਬੇਈਮਾਨੀ ਦੀ ਛੁਰੀ ਲੈ ਕੇ ਉਹ ਵੀ ਤੁਰਿਆ ਹੋਇਆ। ਮਾਨਸ ਖਾਣੇ ਕਰੈ ਨਿਵਾਜ, ਛੁਰੀ ਵਗਾਇਨ 3 ਗਲ ਤਾਗ, 3 ਘਰ ਬ੍ਰਾਹਮਣ ਪੂਰਾ ਨਾਦ। ਉਸ ਖੱਤਰੀ ਦੇ ਘਰ ਵਿੱਚ ਬਾਹਮਣ ਪੂਜਾ ਕਰਨ ਜਾਂਦਾ ਹੈ, ਉਹਨਾਂ ਪਿਆਵੇ ਉਹੀ ਸਾਧ। ਉਸ ਹਾਕਮ ਦੇ ਘਰੋਂ ਰਾਸ਼ਨ ਤਨਖਾਹ ਮਿਲਦੀ ਹੈ, ਖੱਤਰੀ ਨੂੰ ਰਾਸ਼ਨ ਜ਼ੁਲਮ ਕਰ ਰਿਹਾ ਹਾਕਮ, ਉਹਦਾ ਰਾਸ਼ਨ ਖੱਤਰੀ ਕਰਦਾ, ਖੱਤਰੀ ਦੇ ਘਰ 'ਚ ਪੂਜਾ ਬ੍ਰਾਹਮਣ ਕਰਦਾ। ਤੇ ਮਹਾਰਾਜ ਕਹਿੰਦੇ ਨੇ ਬ੍ਰਾਹਮਣ ਨੂੰ ਵੀ ਉਹੀ ਸਵਾਦ ਆਉਂਦਾ ਪਿਆ ਜਿਹੜਾ ਮਾਨਸ ਖਾਣੇ ਨਿਵਾਜ ਵਾਲੇ ਨੂੰ ਹੁੰਦਾ ਹੈ। ਇਹਦੇ ਅਰਥ ਆਪ ਕਦੀ ਸਵੇਰਤਾ ਨਾਲ ਦੇਖਿਓ, ਮਾਨਸ ਖਾਣੇ ਕਰੈ ਨਿਵਾਜ, ਛੁਰੀ ਵਗਾਇਨ 3 ਗਲ ਤਾਗ, 3 ਘਰ ਬ੍ਰਾਹਮਣ ਪੂਰਾ ਨਾਦ। ਉਹਨਾਂ ਪਿਆਵੇ ਉਹੀ ਸਾਧ, ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੈ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ। ਮਹਾਰਾਜ ਕਹਿੰਦੇ ਸਭ ਕੁਝ ਚਲਾ ਗਿਆ। ਮੈਂ ਬੇਨਤੀ ਕਰਾਂ ਕਿ ਇਹ ਕਾਰਨ ਸਨ ਕਈ,
ਤੇ ਬਾਦਸ਼ਾਹ ਜਹਾਂਗੀਰ ਦੀ ਉਹ ਲਿਖਤ ਜਿਹਨੂੰ ਤਕਰੀਬਨ ਸਾਰੇ ਵਿਦਵਾਨ ਕੋਟ ਕਰਦੇ ਆ, ਉਹਨੇ ਗੁਰੂ ਅਰਜੁਨ ਦੇਵ ਲਈ ਜਿਹੜੇ ਸ਼ਬਦ ਕਹੇ, ਉਹਦੇ ਵਿੱਚ ਉਹਨੇ ਕਿਹਾ ਸੀ ਇਹ ਝੂਠ ਦੀ ਦੁਕਾਨ ਹੈ। ਬਾਤਲੇ ਦੁਕਾਨ ਕਿਹਾ, ਝੂਠ ਦੀ ਦੁਕਾਨ। ਉਸ ਵਿੱਚ ਉਹ ਕਹਿੰਦਾ 3-4 ਪੀੜ੍ਹੀਆਂ ਤੋਂ ਚੱਲਦੀ ਪਈ ਏ। ਹਿੰਦੂ ਬੜੇ ਮੰਨਦੇ ਆ, ਭੋਲੇ ਭਾਲੇ ਮੁਸਲਮਾਨ ਵੀ ਇਹਨੂੰ ਮੰਨਦੇ ਆ। ਮੇਰੇ ਅੰਦਰ ਕਈ, ਜਹਾਂਗੀਰ ਕਹਿੰਦਾ, ਕਈ ਚਿਰਾਂ ਦਾ ਇਹ ਖਿਆਲ ਸੀ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਹੈ। ਉਹਨੇ ਦੋਸ਼ ਕੀ ਲਾਇਆ ਕਿ ਅਕਬਰ ਨਹੀਂ ਸੀ ਚਾਹੁੰਦਾ ਕਿ ਗੱਦੀ ਜਹਾਂਗੀਰ ਨੂੰ ਮਿਲੇ, ਆਪਣੇ ਪੋਤੇ ਖੁਸਰੋ ਨੂੰ ਦੇਣਾ ਚਾਹੁੰਦਾ ਹੈ। ਉਹਦੇ ਵਿੱਚ ਉਹਨੇ ਗੁਰੂ ਅਰਜੁਨ ਦੇਵ ਜੀ ਬਾਰੇ ਕਿਹਾ ਜਹਾਂਗੀਰ ਨੇ ਕਿ ਇਹਨਾਂ ਨੇ ਖੁਸਰੋ ਨੂੰ ਲੰਗਰ ਰੋਟੀ ਖਵਾਈ, ਆਸ਼ੀਰਵਾਦ ਦਿੱਤਾ, ਉਹਦੇ ਲਈ ਦੁਆ ਕੀਤੀ। ਕਹਿੰਦਾ ਮੈਂ ਹੁਕਮ ਕੀਤਾ ਇਹਨਾਂ ਦੇ ਬੱਚੇ, ਇਹਨਾਂ ਦਾ ਮਾਲ ਅਸਬਾਬ ਸਭ ਕੁਝ ਜ਼ਬਤ ਕਰ ਲਿਆ ਜਾਏ ਤੇ ਇਹਨਾਂ ਨੂੰ ਕਤਲ ਕੀਤਾ ਜਾਏ। ਯਾਸਾ ਦਾ ਸ਼ਬਦ ਵਰਤਿਆ, ਯਾਸਾ ਵਾ ਸਿਆਸਤ। ਇਹ ਕਾਨੂੰਨ ਯਾਸਾ ਦਾ ਚੰਗੇਜ਼ ਖਾਨ ਨੇ ਬਣਾਇਆ ਸੀ। ਖੈਰ ਆਪਾਂ ਇਸ ਵਿਸ਼ੇ ਰਹਿਣਾ ਕਿ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਬਾਦਸ਼ਾਹ ਦੀ ਸੰਕੀਰਨਤਾ ਸੀ, ਮੁਲਾਣਿਆਂ ਨੂੰ ਖੁਸ਼ ਕਰਨ ਲਈ। ਬ੍ਰਾਹਮਣਾਂ ਦਾ ਦੋਸ਼, ਪ੍ਰਿਥੀ ਚੰਦ ਦਾ ਪੂਰਾ ਯੋਗਦਾਨ, ਜਿਹਨੂੰ ਬੀਰਬਲ ਕਹਿੰਦੇ ਆ, ਯਾਦ ਰੱਖਿਓ ਬੀਰਬਲ ਨੇ ਵੀ ਪੂਰਾ ਯੋਗਦਾਨ ਪਾਇਆ। ਨਕਸ਼ਬੰਦੀ ਲਹਿਰ, ਸ਼ੇਖ ਅਹਿਮਦ ਸਰਹੰਦੀ, ਉਹਦਾ ਵੀ ਪੂਰਾ ਆਪਣੇ ਵੱਲੋਂ ਜ਼ੋਰ ਲਾਇਆ। ਮੁੱਖ ਦੀ ਗੱਲ ਜੀ, ਗੁਰੂ ਅਰਜੁਨ ਦੇਵ ਨੂੰ ਸ਼ਹੀਦ ਕਰਨ ਵਿੱਚ ਇਹਨਾਂ ਸਾਰਿਆਂ ਲੋਕਾਂ ਦਾ ਹੱਥ ਸੀ। ਇਹ ਬਕਾਇਦਾ ਅੱਜ ਕੱਲ੍ਹ ਦੀਆਂ ਲਿਖਤਾਂ ਦੇ ਵਿੱਚ ਸਾਡੇ ਕੋਲ ਪ੍ਰੂਫ ਨੇ। ਮਹਾਰਾਜ ਗੁਰੂ ਅਰਜੁਨ ਦੇਵ ਜੀ ਤੇ ਦੋਸ਼ ਕਾਹਦਾ ਲਾਉਂਦੇ? ਚਲੋ ਇੱਕ ਤਾਂ ਪੁਰਾਤਨ ਗ੍ਰੰਥਾਂ 'ਚ ਹੈ ਜੀ ਚੰਦੂ ਦੀ ਬੇਟੀ ਦੇ ਰਿਸ਼ਤੇ ਦਾ, ਪਰ ਦੂਜਾ ਸੀ ਖੁਸਰੋ ਨੂੰ ਲੰਗਰ ਛਕਾਉਣ ਦਾ। ਧੰਨ ਗੁਰੂ ਅਰਜੁਨ ਦੇਵ ਜੀ ਨੂੰ ਜਦੋਂ ਲਾਹੌਰ ਲਿਜਾਂਦਾ ਗਿਆ, ਮਹਾਰਾਜ ਜਦੋਂ ਲਾਹੌਰ ਗਏ ਆ, ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਦਿੱਤੀ। ਬਾਬਾ ਬੁੱਢਾ ਸਾਹਿਬ ਜੀ ਨੇ ਤਿਲਕ ਦਿੱਤਾ, ਗੁਰਿਆਈ ਦਾ ਤਿਲਕ। ਮਹਾਰਾਜ ਜੀ ਨੇ ਕਿਹਾ ਬੇਟਾ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਆਦ ਸਿੱਖ ਹੈ ਬਾਬਾ ਬੁੱਢਾ ਜੀ, ਇਹਨਾਂ ਦੀ ਹਰ ਗੱਲ ਨੂੰ ਤਵੱਜੋ ਦੇਣੀ। ਮਹਾਰਾਜ ਜਾਣ ਤੋਂ ਪਹਿਲਾਂ ਹਰਮੰਦਰ ਸਾਹਿਬ ਆਏ ਜੀ ਸੱਚੇ ਪਾਤਸ਼ਾਹ, ਇੱਥੇ ਨਤਮਸਤਕ ਹੁੰਦੇ ਆ, ਪਰਿਕਰਮਾ ਕਰਕੇ ਜਾਂਦੇ ਆ। ਪਰਿਵਾਰ ਤੇ ਸ਼੍ਰੀ ਅੰਮ੍ਰਿਤਸਰ ਦੀ ਸੰਗਤ ਸੱਚੇ ਪਾਤਸ਼ਾਹ ਨੂੰ ਵਿਦਿਆ ਕਰਨ ਜਾਂਦੀ। ਉਹ ਹਿਸਟਰੀ ਆਪ ਸੁਣ ਵੀ ਰਹੇ ਹੋ, ਮੈਂ ਸਿਰਫ ਬਰੀਫ ਬੇਨਤੀ ਕਰਨ ਲੱਗਾ। ਵਿਦਿਆ ਕਰਨ ਜਾਂਦੇ ਆ। ਇਹ ਵੀ ਪਤਾ ਹੈ ਕਿ ਗੁਰੂ ਅਰਜੁਨ ਦੇਵ ਜੀ ਨੇ ਹੁਣ ਵਾਪਸ ਨਹੀਂ ਆਉਣਾ। ਬੰਸਾਵਲੀ ਨਾਮੇ 'ਚ ਕੇਸਰ ਸਿੰਘ ਛਿੱਬਰ ਕਹਿੰਦਾ, ਮਹਾਰਾਜ ਕਹਿੰਦੇ ਅਸਾਂ ਲਾਹੌਰ ਜਾਣਾ ਹੈ, ਉੱਥੇ ਸਿਰ ਦੇਣਾ ਹੈ ਜਾ ਕੇ। ਪਹਿਲਾਂ ਪਿਤਾ ਜੀ ਦੇ ਕਹਿਣ ਤੇ ਗਏ ਸਨ, ਉਦੋਂ ਵਿਆਹ ਸੀ। ਅੱਜ ਸੱਚੇ ਪਾਤਸ਼ਾਹ ਸਿੱਖੀ ਦੀ ਚੜ੍ਹਦੀ ਕਲਾ ਲਈ, ਮੈਂ ਜਿਹੜੀ ਸ਼ਬਦ ਵਰਤਾਂਗਾ, ਹਰਮੰਦਰ ਸਾਹਿਬ, ਗੁਰੂ ਗ੍ਰੰਥ ਸਾਹਿਬ, ਸਿੱਖੀ ਦਾ ਸਿਧਾਂਤ, ਸਿੱਖੀ ਦੇ ਸਿਧਾਂਤ ਦਾ ਝੰਡਾ ਸਦਾ ਬੁਲੰਦ ਰਹੇ। ਅੱਜ ਮੇਰਾ ਗੁਰੂ ਅਰਜੁਨ ਦੇਵ ਸਿੱਖੀ ਦੀ ਖਾਤਰ ਸ਼ਹਾਦਤ ਦਾ ਜਾਮ ਪੀਣ ਜਾ ਰਿਹਾ ਹੈ। ਮਹਾਰਾਜ ਨੂੰ ਸੰਗਤ ਵਿਦਿਆ ਕਰਦੀ ਹੈ, ਬੈਰਾਗ ਵਿੱਚ ਆਏ ਸੰਗਤ ਵਾਪਸ ਆਉਂਦੀ ਹੈ। ਮੁਰਤਜ਼ਾ ਖਾਨ ਦੇ ਹਵਾਲੇ ਕੀਤਾ ਜਾਂਦਾ ਹੈ, ਚੰਦੂ ਦੀ ਹਵੇਲੀ ਵਿੱਚ ਰੱਖਣ ਦਾ ਜ਼ਿਕਰ ਕੀਤਾ ਜਾਂਦਾ ਹੈ। ਪਿਆਰਿਓ, ਕੀ ਕਿਹਾ ਗਿਆ ਕਿ ਤੁਸੀਂ ਸਾਡੀ ਮਰਜ਼ੀ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਅਸੀਂ ਕਹਿੰਦੇ ਹਾਂ ਉਹ ਲਿਖ ਦਿਓ। ਪਰ ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਵਿੱਚ ਨਰੋਲ ਪਰਮਾਤਮਾ ਦੀ ਇਬਾਦਤ ਦੀ ਗੱਲ ਕੀਤੀ ਹੈ। ਇਹਦੇ 'ਚ ਕੋਈ ਦਵੈਸ਼ ਨਹੀਂ, ਕੋਈ ਈਰਖਾ ਨਹੀਂ। ਜੇ ਬਾਬਾ ਫਰੀਦ ਸਾਹਿਬ ਜੈਸਾ ਦਰਵੇਸ਼ ਇਹ ਕਹਿੰਦਾ ਪਿਆ ਹੈ ਕਿ ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜ਼ਾਰ। ਉਸ ਰੂਹਾਨੀ ਬਚਨ ਨੂੰ ਮਹਾਰਾਜ ਨੇ ਦਰਜ ਕੀਤਾ। ਮਹਾਰਾਜ ਕਹਿੰਦੇ ਨਾ, ਕਿਸੇ ਦੇ ਕਹਿਣ ਤੇ ਨਹੀਂ, ਇਹ ਆਤਮਿਕ ਭੋਜਨ ਦਾ ਥਾਲ ਪਰੋਸਿਆ ਹੈ। ਪਰ ਜੋ ਇਹਨੇ ਜਹਾਂਗੀਰ ਨੇ ਕਿਹਾ, ਇਹ ਤਾਂ ਆਰਡਰ ਕਰਕੇ ਹੁਕਮ ਕਰਕੇ ਚਲਾ ਗਿਆ ਕਸ਼ਮੀਰ ਨੂੰ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਜੀ 5 ਦਿਨ ਤਸੀਹੇ ਦਿੱਤੇ ਗਏ। 5 ਦਿਨ ਤਸੀਹੇ ਤੇ 3 ਤਰ੍ਹਾਂ ਦੇ ਤਸੀਹੇ ਜੋ ਸਾਡੇ ਇਤਿਹਾਸ ਨੇ ਕਿਹਾ, ਤਪਤ ਨੀਰ, ਤਪਤ ਲੋਹ ਤੇ ਤਪਤ ਬਾਲੂ। ਤਪਦਾ ਹੋਇਆ ਪਾਣੀ, ਤਪਦੀ ਹੋਈ ਲੋਹ
ਤੇ ਤਪਦੀ ਹੋਈ ਰੇਤ। 5 ਸਿੱਖ ਮਹਾਰਾਜ ਨਾਲ ਗਏ ਆ। ਗੁਰਮੁਖੋ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੇਠ ਦਾ ਮਹੀਨਾ ਤੇ ਮਹਾਰਾਜ ਜੇਠ ਸੁਦੀ ਚੌਥ ਸੰਮਤ 1663, ਸਨ ਨਹੀਂ, ਸੰਮਤ 1663, 16 ਈਸਵੀ ਸਨ 1606, ਧੰਨ ਗੁਰੂ ਅਰਜੁਨ ਦੇਵ ਜੀ ਨੂੰ ਦੇ ਉਬਲਦੇ ਹੋਏ ਪਾਣੀ ਵਿੱਚ ਬਿਠਾਇਆ ਗਿਆ। ਉੱਤੋਂ ਸੂਰਜ ਤਪੇ, ਥੱਲਿਓ ਦੇਗ ਉਬਲੇ ਪਈ, ਸਾਰੀ ਦੁਨੀਆ ਨੂੰ ਠੰਡ ਦੇਣ ਵਾਲਾ। ਤੇ ਮੈਂ ਕਹਾਂਗਾ, ਜਿਸ ਦੇ ਬਚਨ ਅੱਜ ਵੀ ਮਾਨਵਤਾ ਨੂੰ ਠੰਡ ਦਿੰਦੇ ਨੇ, ਜਿਹਦੀ ਸੁਖਮਨੀ ਸਾਹਿਬ, ਜਿਸ ਦੇ ਫੁਨੇ, ਜਿਸ ਦਾ ਕੋਈ ਰਾਗ ਤੁਸੀਂ ਸੋਠ ਲੈ ਲਓ, ਬਿਲਾਵਲ ਲੈ ਲਓ, ਕੋਈ ਗੁਰੂ ਅਰਜੁਨ ਦੇਵ ਦਾ ਬਚਨ ਲਓ, ਇਸ ਤਪਦੇ ਹੋਏ ਅੰਦਰ ਨੂੰ ਠਾਰਦਾ ਪਿਆ ਹੈ। ਕਿਹੋ ਜਿਹੇ ਪੱਥਰ ਤਪਦੇ ਹੋਏ ਲੋਕ ਸਨ, ਪੱਥਰ ਦੇ। ਧੰਨ ਗੁਰੂ ਅਰਜੁਨ ਦੇਵ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ। ਉਸ ਤੋਂ ਬਾਅਦ ਦੂਸਰਾ ਤਸੀਹਾ ਮਹਾਰਾਜ ਨੂੰ ਦਿੱਤਾ ਜਾਂਦਾ ਹੈ। ਸੀਸ ਵਿੱਚ ਰੇਤਾ ਪਾਇਆ ਜਾਂਦਾ ਹੈ, ਤਪਦੀ ਲੋਹ ਤੇ ਬਿਠਾਇਆ ਜਾਂਦਾ ਹੈ। ਮੈਂ ਅਰਜ਼ ਕਰਾਂ, ਇਹ ਕਿਸ ਤਰ੍ਹਾਂ ਬੀਤਿਆ ਹੋਵੇਗਾ ਕਿ ਰੇਤ, ਉਬਲਦਾ ਪਾਣੀ, ਤਪਦੀ ਲੋਹ, ਸੱਚੇ ਪਾਤਸ਼ਾਹ ਦਾ ਪੂਰਾ ਜਿਸਮ ਜਿਹੜਾ ਹੈ ਗੁਰਮੁਖੋ ਛਾਲਿਆਂ ਨਾਲ ਭਰ ਗਿਆ। ਯਾਦ ਰੱਖਿਓ, ਤਪਦੇ ਲੋਹੇ ਤੇ ਬਹਿਣਾ, ਕੋਈ ਤਪਦੀ ਚੀਜ਼ ਲੋਹੇ ਦੀ ਨੂੰ ਪਕੜੋ, ਨਾਲ ਹੀ ਚੰਮ ਪੱਟ ਕੇ ਲੈ ਜਾਂਦੀ ਹੈ। ਗੁਰੂ ਅਰਜੁਨ ਦੇਵ ਸੱਚਾ ਪਾਤਸ਼ਾਹ ਤੱਤੀ ਲੋਹ ਤੇ ਬੈਠਾ, ਸੀਸ ਤੇ ਰੇਤਾ ਪੈ ਰਿਹਾ। ਮੈਂ ਚਲੋ ਭਾਵਨਾ ਨਾਲ ਕਹਿ ਰਿਹਾ, ਹੇ ਸਤਿਗੁਰੂ, ਤੇਰਾ ਕਿੰਨਾ ਕਾ ਸ਼ੁਕਰ ਕਰੀਏ। ਤੈਨੂੰ ਗੋਇੰਦਵਾਲ ਤੋਂ ਲੈ ਕੇ ਲਾਹੌਰ ਤੱਕ ਹਰ ਤਰੀਕੇ ਨਾਲ ਤੇਰੇ ਅੰਦਰ ਨੂੰ ਖੰਡਾਣ ਤੇ ਤਪਾਉਣ ਦਾ ਯਤਨ ਕੀਤਾ ਹੈ। ਠੰਡ ਦੇ ਪਰਬਤ, ਹੇ ਬਰਫ਼ ਦੇ ਪਹਾੜ, ਤੇਰੇ ਅੰਦਰ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਤਪਾ ਸਕੀ। ਤੇਰੇ ਬਚਨ ਅੱਜ ਵੀ ਠੰਡ ਵਰਤਾਉਂਦੇ ਪਏ ਆ। ਮਹਾਰਾਜ ਤੇ ਸੀਸ ਤੇ ਰੇਤਾ ਪੈ ਰਿਹਾ। ਸਾਈਂ ਮੀਆਂ ਮੀਰ ਜੀ ਦਾ ਜ਼ਿਕਰ ਆਉਂਦਾ ਹੈ, ਉਹ ਆਉਂਦਾ ਹੈ। ਮਹਾਰਾਜ ਜੀ ਉਹਨੇ ਉਹ ਵੀ ਦੇਖਿਆ ਜਦੋਂ ਸਤਿਗੁਰੂ ਕੀਰਤਨ ਕਰਦੇ ਨੇ, ਉਹਨੇ ਇਹ ਵੀ ਦੇਖਿਆ ਜਦੋਂ ਸੀਸ ਤੇ ਚੌਰ ਝੁਲਦੀ ਏ। ਪਿਆਰੋ, ਅੱਜ ਉਹ ਵੀ ਦੇਖਦਾ ਪਿਆ, ਸੀਸ ਦੇ ਉੱਤੇ ਤੱਤਾ ਤੱਤਾ ਰੇਤਾ ਪੈ ਰਿਹਾ। ਉਹ ਰੋ ਪਿਆ। ਮਹਾਰਾਜ ਨਹੀਂ ਰੋਏ। ਸਾਰੇ ਮੱਥੇ ਦੇ ਉੱਤੇ ਫਲੂਵੇ ਹੋ ਚੁੱਕੇ ਸਨ, ਪਿੰਡਾ ਭਰ ਚੁੱਕਾ ਸੀ। ਏਡਾ ਵੱਡਾ ਦਰਵੇਸ਼ ਉਹ ਰੋ ਪਿਆ। ਕਹਿੰਦਾ, ਮਹਾਰਾਜ ਇਹ ਕੀ? ਸਤਿਗੁਰਾਂ ਨੇ ਕਿਹਾ, ਉਹ ਦਰਵੇਸ਼ ਇਹ ਨਹੀਂ ਸ਼ੋਭਦਾ, ਦਰਵੇਸ਼ਾਂ ਦੀਆਂ ਅੱਖਾਂ 'ਚ ਪਾਣੀ ਆਏ। ਉਹਦਾ ਅੰਦਰ ਬਾਹਰ ਆ ਗਿਆ। ਕਹਿੰਦਾ, ਮਹਾਰਾਜ ਸੀਸ ਤੇ ਰੇਤਾ, ਇਹ ਕੀ ਭਾਣਾ ਵਰਤਾ ਰਹੇ ਹੋ? ਸਾਡੇ ਇੱਕ ਵਿਦਵਾਨ ਨੇ ਲਿਖਿਆ ਹੈ, ਭਾਵੇਂ ਉਹ ਬਾਣੀ ਦਾ ਸ਼ਬਦ ਨਹੀਂ, ਕਹਿੰਦਾ, ਚਾਰੋਂ ਤਰਫ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਚਾਰੋਂ ਤਰਫ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਸਾਈਂ ਮੀਆਂ ਮੀਰ ਡਿੱਠਾ ਹਾਲ ਆਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ ਚੀਕ ਤੇ ਢਾਹੀ ਮਾਰਦਾ। ਸਤਿਗੁਰਾਂ ਕਿਹਾ, ਮੀਆਂ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਾਹਮ ਸ਼ਾਂਤ ਗਏ ਹਰੀ ਨਾਮ ਸੇ। ਮਹਾਰਾਜ ਕਹਿੰਦੇ, ਅੰਦਰ ਠੰਡ ਹੈ, ਇਹ ਮੈਨੂੰ ਤਪਾ ਨਹੀਂ ਸਕਦੇ। ਇੱਕ ਪੰਜਾਬੀ ਦੇ ਸ਼ਾਇਰ ਨੇ ਲਿਖਿਆ ਹੈ, ਤਾਂ ਉਹਨਾਂ ਦੇ ਜਜ਼ਬਾਤ ਹੀ ਨਾ, ਕਲਪਨਾ ਤੇ ਇਮੋਸ਼ਨਲ ਹੋ ਕੇ ਉਹ ਲਿਖਦੇ ਆ। ਕਹਿੰਦਾ, ਲੋਕੋ ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾਰਿਆ ਸੀ। ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾਰਿਆ ਸੀ। ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾ ਰਿਹਾ ਸੀ। ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ ਸਤਨਾਮ ਵਾਹਿਗੁਰੂ ਗਾ ਰਿਹਾ ਸੀ। ਉਹ ਸੀਨਾ ਤਪਦਾ ਜਗ ਦਾ ਠਾਰਨੇ ਲਈ ਤਨ ਆਪਣਾ ਸਾੜ ਵਿਖਾ ਰਿਹਾ ਸੀ। ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ, ਔਖੀ ਗੱਲ ਹੈ ਅਮਲ ਕਮਾਉਣ ਵਾਲੀ। ਓਏ ਇਹ ਤਾਂ ਆਤਮਾ ਹੀ ਕੇਵਲ ਰੱਬ ਦੀ ਸੀ, ਤਤੀ ਤਵੀ ਤੇ ਸੁਖਮਨੀ ਗਾਉਣ ਵਾਲੀ। ਧੰਨ ਗੁਰੂ ਅਰਜੁਨ ਦੇਵ ਮਹਾਰਾਜ, ਉਹਨਾਂ ਦਾ ਸਾਰਾ ਜਿਸਮ ਇਹ ਭਰ ਗਿਆ ਛਾਲਿਆਂ ਨਾਲ। ਪਿਆਰਿਓ, ਜ਼ਬਾਨ ਥਤਲਾਂਦੀ ਹੈ ਕਹਿੰਦਿਆਂ, ਬੋਲਦਿਆਂ ਅੰਦਰ ਕੰਬਦਾ ਹੈ।
हे सच्चे पातशाह धन गुरु अर्जुन देव फिर किस अवस्था च खेडे, ਇਹਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਕੀਤਾ। ਮੈਂ ਉਹ ਕਹਿ ਕੇ ਸੰਪੰਨਤਾ ਵੱਲ ਆਵਾਂਗਾ। ਮਹਾਰਾਜ ਇਹ 5 ਉਦਾਹਰਨਾਂ ਬੜੀਆਂ ਵਰਤਦੇ ਰਹੇ। ਜਿਉ ਮਛਲੀ ਬਿਨ ਪਾਣੀਏ ਕਿਉ ਜੀਵਨ ਪਾਵੈ, ਬਿਉਂਦ ਵਿਖੂਣਾ ਚਾਤਰ ਕੋ ਕਿਉਂ ਕਰ ਤਰਤਾਵੈ, ਨਾਦ ਕੁਰੰਕੈ ਬੇਡਿਆ ਸਨਮੁਖ ਉਠਤਾਵੈ, ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ, ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੈ। ਧੰਨ ਗੁਰੂ ਅਰਜੁਨ ਦੇਵ ਪਿਆਰਿਓ ਸੁਣਿਓ ਥੋੜਾ ਜਿਹਾ ਟੇਕ ਕੇ, ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਘੇਤ ਨਿਰਬਾਣੀ। ਇਸ ਤਰ੍ਹਾਂ ਗੁਰੂ ਅਰਜੁਨ ਦੇਵ ਠੰਡ ਚ ਨੇ ਜਿਵੇਂ ਮੱਛੀ ਦਰਿਆ ਵਿੱਚ ਹੈ। ਧੰਨ ਗੁਰੂ ਅਰਜੁਨ ਦੇਵ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਖੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ। ਇਸ ਤਰ੍ਹਾਂ ਪ੍ਰਭੂ ਦੇ ਦਰਸ਼ਨਾਂ 'ਚ ਟਿਕੇ ਨੇ ਜਿਵੇਂ ਭੰਬਟ ਪਤੰਗਾ ਦੀਵੇ ਤੇ ਆ ਕੇ ਆਪਣਾ ਆਪ ਕੁਰਬਾਨ ਕਰਦਾ ਹੈ। ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਖੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿ ਮਿਰਗ ਜਿਉ ਭੀੜ ਪਈ ਚਿਤ ਅਵਰ ਨਾ ਆਣੀ। ਜਿਵੇਂ ਮਿਰਗ ਨੂੰ ਤੀਰ ਵੱਜੇ ਤਾਂ ਵੀ ਉਹ ਨਾਦ ਵੱਲ ਤੁਰਿਆ ਆਉਂਦਾ ਹੈ। ਸਤਿਗੁਰੂ ਨੇ ਇੰਨੇ ਤਸੀਹੇ ਦਿੱਤੇ, ਉਹ ਅੰਦਰੋਂ ਸ਼ਬਦ ਨੂੰ ਜੁੜਿਆ। ਚਰਨ ਕਮਲ ਮਿਲ ਭਵਰ ਜੋ ਸੁਖ ਸੰਪਟ ਵਿੱਚ ਰਹਿਣ ਵਿਹਾਣੀ। ਦਿਨੇ ਤਸੀਹੇ ਦਿੰਦੇ ਨੇ, ਰਾਤ ਨੂੰ ਹਵੇਲੀ 'ਚ ਨੇ ਮਹਾਰਾਜ। ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਸੁੱਖ ਨਾਲ ਬੈਠੇ ਆ। ਭਾਈ ਸਾਹਿਬ ਕਹਿੰਦੇ ਨੇ ਜਿਵੇਂ ਭਵਰਾ ਕਮਲ ਦੇ ਫੁੱਲ ਵਿੱਚ ਹੈ। ਅਖੀਰਲੀ ਜਿਹੜੀ ਰਾਤ ਲੰਘੀ ਹੈ ਨਾ ਜੀ, ਮੈਂ ਦੁਨਿਆਵੀ ਸ਼ਬਦ ਵਰਤਨੇ ਆ, ਬੜੀ ਕਸ਼ਟਦਾਈ ਸੀ। ਭਾਈ ਸਾਹਿਬ ਉਸ ਰਾਤ ਦਾ ਜ਼ਿਕਰ ਇਸ ਤੁਕ 'ਚ ਕਰਦੇ ਆ। ਗੁਰ ਉਪਦੇਸ਼ ਨਾ ਵਿਸਰੈ ਬਾਹ ਬੀਏ ਜੋ ਆਖ ਵਖਾਣੀ। ਸਾਰੀ ਰਾਤ ਗੁਰੂ ਅਰਜੁਨ ਦੇ ਪਪੀਏ ਦੀ ਤਰ੍ਹਾਂ ਉਪਦੇਸ਼ ਦਿੰਦੇ ਰਹੇ। ਸਵੇਰੇ ਸ਼ਹਾਦਤ ਹੁੰਦੀ ਹੈ। ਗੁਰੂ ਉਪਦੇਸ਼ ਨਾ ਵਿਸਰੈ ਬਾਹ ਬੀਏ ਜੋ ਆਖ ਵਖਾਣੀ, ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਦ ਸਾਧ ਸੰਗ ਜਾਣੀ, ਗੁਰ ਅਰਜੁਨ ਵਿਟੋਂ ਕੁਰਬਾਨੀ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਜਾਂਦਾ ਹੈ। ਥੋੜਾ ਜਿਹਾ ਕੇ ਬੇਨਤੀ ਸੁਣਿਓ। ਅੱਜ ਮੈਂ ਕਰ ਦਿੱਤੀ ਸੀ ਪਹਿਲੇ ਅਰਜ਼ PTC ਵਾਲਿਆਂ ਨੂੰ ਵੀ ਟਾਈਮ ਲੱਗ ਜਾਣਾ। ਇਸ ਸ਼ਹਾਦਤ ਚੋਂ ਕੀ ਨਿਕਲਿਆ? ਬਹੁਤ ਕੁਝ ਨਿਕਲਿਆ। ਸਿੱਖਾਂ ਵਿੱਚ 2 ਤਰ੍ਹਾਂ ਦੀਆਂ ਸ਼ਹਾਦਤਾਂ ਨੇ, ਇੱਕ ਸ਼ਾਂਤਮਈ ਸਬਰ ਵਾਲੀ, ਇੱਕ ਜੁਝਾਰੂ ਹੈ। ਸਬਰ ਨਾਲ ਸਭ ਕੁਝ ਸਹਿ ਜਾਣਾ, ਤੇ ਜੇ ਨਾ ਫਿਰ ਸਬਰ ਤੋਂ ਬਾਅਦ ਮੰਨੇ ਤੇ ਉਹਨੂੰ ਸ਼ਸਤਰ ਨਾਲ ਸਮਝਾਣਾ। ਇੱਕ ਵਿਦਵਾਨ ਦੇ ਸ਼ਬਦ ਨੇ ਕਾਵਕ ਕੀ, ਉਹ ਕਹਿੰਦਾ ਇਹਦੇ ਵਿੱਚੋਂ ਨਿਕਲਿਆ ਕੀ? ਕਹਿੰਦਾ ਗੁਰੂ ਅਰਜੁਨ ਦੇਵ ਸਾਈਂ ਮੀਆਂ ਮੀਰ ਨੂੰ ਕਹਿੰਦੇ ਨੇ, ਤੇ ਇਹ ਸੱਚ ਭਾਵੇਂ ਉਹਦੀ ਕਲਪਨਾ ਪਰ ਹਕੀਕਤ ਬਣੀ। ਉਹ ਕਹਿੰਦਾ ਮਹਾਰਾਜ ਕਹਿੰਦੇ ਆ, ਦੇਖੋ ਸਾਈਂ ਮੀਆਂ ਮੀਰ ਰੂਹਾਨੀਅਤ ਦਾ ਬੀਜ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ, ਤੇ ਕੁਰਬਾਨੀ ਦਾ ਬੀਜ ਅੱਜ ਮੈਂ ਇੱਥੇ ਤੱਤੀ ਤਵੀ ਤੇ ਬੀਜ ਚੱਲਿਆ। ਇਹ ਸਾੜ ਰਹੇ ਨੇ, ਪਰ ਇਸ ਸੜੇ ਵਿੱਚੋਂ ਵਿੱਚ ਅੰਕੁਰ ਨਿਕਲੇਗਾ। ਪੰਜਾਬੀ ਦੀਆਂ 17 ਨੇ ਮਹਾਰਾਜ ਕਹਿੰਦੇ ਨੇ ਕਿ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ ਇਉਂ ਸੰਸਾਰ ਅੰਦਰ। ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ। ਮਹਿਕ ਉੱਠੂ ਚਮਕੌਰ ਦੀ ਜੂ ਸਾਰੀ, ਟੁੱਟੇ ਜਦੋਂ ਤੋਂ ਰੁੱਤ ਬਹਾਰ ਅੰਦਰ। ਅੱਧ ਖਿੜੇਗੀ ਤੋੜ ਕੇ ਟਾਹਣੀਆਂ ਤੋਂ, ਚਿਣ ਦੇਵੇਗਾ ਕੋਈ ਦੀਵਾਰ ਅੰਦਰ। ਬਣੀ ਰਹੇਗੀ ਸਦਾ ਬਹਾਰ ਇਸ ਤੇ, ਲਾਗੇ ਖਿਜ਼ਾਂ ਨੇ ਇਸ ਦੇ ਢੁਕਣਾ ਨਹੀਂ। ਲੱਗੀ ਔੜ ਤੇ ਇਹਨਾਂ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਮਹਾਰਾਜ ਕਹਿੰਦੇ ਨੇ ਉਹ ਰੁੱਖ ਲਾ ਚਲਿਆ ਜਿੰਨੇ ਕਦੀ ਸੁੱਕਣਾ ਨਹੀਂ। ਪਿਆਰਿਓ, ਉਸ ਸਤਿਗੁਰੂ ਦਾ ਇਹ ਬਚਨ ਕਿ ਮਾਨ ਮੋਹ ਅਰ ਲੋਭ ਵਿਕਾਰਾ, ਬਿਓ ਚੀਤ ਨਾ ਘਾਲਿਓ। ਨਾਮ ਰਤਨ ਗੁਣਾ ਹਰ ਬਣ ਜੇ, ਲਾਦ ਵਖਰ ਲੈ ਚਾਲਿਓ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ। ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉਠ ਉਆਹੂ ਕੋ ਦੌਰਿਓ। ਆਗਿਆ ਮੈਂ ਭੂਖ ਸੋਈ ਕਰ ਸੁਖਾ, ਹਰਕ ਸੋਗ ਨਹੀਂ ਮਾਨਿਓ। ਮਹਾਰਾਜ ਕਹਿੰਦੇ ਨੇ ਕਿ ਉਸ ਬਾਤ ਸੋਗ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕੋ ਸੋ ਮਾਥੈ ਲੈ ਮਾਨਿਓ। ਮਹਾਰਾਜ ਕਹਿੰਦੇ ਨੇ ਜੋ ਦਾ ਹੁਕਮ ਸੀ ਭਾਣਾ ਮੰਨਣ ਵਿੱਚ ਸ਼ਿਖਰ ਹੈ ਧੰਨ ਗੁਰੂ ਅਰਜੁਨ ਦੇਵ ਜੀ। ਮੈਂ ਬੇਨਤੀ ਕਰਾਂਗਾ, ਉਸ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਨੇ ਕੀ ਦਿੱਤਾ? ਦਿੱਤਾ ਇਹ ਕਿ 5 ਪਿਆਲੇ, 5 ਪੀਰ,
छठम पीर बैठा गुर भारी, अर्जन काया पलट कै मूरत हर गोबिंद सवारी, दल भंजन गुर सूरमा बड़ जोधा बो पर उपकारी। ਉਹਨੇ ਸਾਨੂੰ ਦਿੱਤਾ ਅਕਾਲ ਤਖਤ, ਉਸ ਨੇ ਸਾਨੂੰ ਸ਼ਹਾਦਤ ਨੇ ਦਿੱਤਾ ਮੀਰੀ ਤੇ ਪੀਰੀ ਦਾ ਸਿਧਾਂਤ, ਉਸ ਸ਼ਹਾਦਤ ਨੇ ਸਾਨੂੰ ਦਿੱਤਾ ਸਿੱਖ ਨੇ ਆਜ਼ਾਦੀ ਨਾਲ ਕਿਵੇਂ ਵਿਚਰਨਾ ਹੈ। ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦਾ ਸ਼ਹਾਦਤ ਵਾਲਾ ਦਿਨ ਆਪ ਸਾਰੇ ਸਿੱਖ ਜਗਤ ਮਨਾ ਰਹੇ ਹੋ। ਬਸ ਇੱਕੋ ਹੀ ਅਰਦਾਸ ਕਰੀਏ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰੋ, ਸਾਨੂੰ ਸ਼ਬਦ ਦੀ ਦਾਤ ਬਖਸ਼ ਦਿਓ। ਤੱਤੀ ਤਵੀ ਤੇ ਠੰਡ ਨਾਲ ਬਹਿਣ ਵਾਲਿਆ, ਇਸ ਤਪਦੇ ਸੜਦੇ ਸੰਸਾਰ ਵਿੱਚ ਸਾਡੇ ਅੰਦਰ ਨੂੰ ਸਕੂਨ ਬਖਸ਼ ਦੇ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਤੁਸੀਂ ਆਪਣੇ ਨਾਮ ਦਾ ਕਿਣਕਾ ਬਖਸ਼ ਦਿਓ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ ਪਿਆਰਿਓ।